दर्शन देख जीवा गुरु तेरा पूर्ण करम होए प्रभ मेरा। जद जद भी इस दुनिया दे विच किसी बच्चे दा अपने बाप तो ਉਂਗਲ छुट्टी है, बाप ने हमेशा अपने बच्चे नूं ढूंढण दी कोशिश की है कि मेरा बच्चा मेरे को वापस आ जाए। ये कोशिश आज तो नहीं, पता नहीं कितने जन्म तो चलती हुई आ रही है। ये बच्चा कौन है? ये बाप कौन है? ये बच्चा वो आत्मा है, वो बाप वो परमात्मा है। जद इस आत्मा दी ਉਂਗਲ अपने बाप तो छुट्टी तां इस धरती दे विच आके वस गई। ਇੱਥੇ ਉਹਨੂੰ ਭੇਜਿਆ ਤਾਂ ਕਿਸੇ ਹੋਰ ਮਕਸਦ ਵਾਸਤੇ ਸੀ, ਲੇਕਿਨ ਇੱਥੇ ਆ ਕੇ ਜਿਹੜਾ ਇਹਨੇ ਇਹ ਰੋਸ਼ਨੀ ਇਹ ਚਕਾਚੌਂਧ ਦੇਖੀ ਤੇ ਇਹਦੇ ਵਿੱਚ ਰਲ ਕੇ ਆਪਣੇ ਅਸਲ ਘਰ ਨੂੰ ਤੇ ਆਪਣੇ ਅਸਲ ਬਾਪ ਨੂੰ ਭੁੱਲ ਕੇ ਬਹਿ ਗਈ। ਲੇਕਿਨ ਇਸ ਨੂੰ ਕਦੇ ਨਾ ਕਦੇ ਉਹ ਅਸਲ ਦੀ ਖਿੱਚ ਮਹਿਸੂਸ ਹੁੰਦੀ ਜ਼ਰੂਰ ਹੈ, ਕਿਉਂਕਿ ਉਹ ਬਾਪ ਲਗਾਤਾਰ ਇਹਨੂੰ ਬੁਲਾ ਰਿਹਾ ਹੈ। ਉਹ ਬਾਪ ਆਪਣਾ ਇੱਕ ਸਰੂਪ ਧਰ ਕੇ ਗੁਰੂ ਬਣ ਕੇ ਇਸ ਧਰਤੀ ਵਿੱਚ ਆ ਰਿਹਾ ਹੈ। ਜਦ ਤੋਂ ਵੀ ਇਹ ਧਰਤੀ ਬਣੀ ਹੈ, ਉਸਨੇ ਆਪਣੇ ਜਿਹੜੇ ਮੈਸੇਂਜਰ ਹੈ ਉਹ ਹਮੇਸ਼ਾ ਇਸ ਦੁਨੀਆ ਦੇ ਵਿੱਚ ਭੇਜੇ ਹਨ ਕਿ ਕਿਸੇ ਤਰੀਕੇ ਦੇ ਨਾਲ ਮੇਰੇ ਬੱਚੇ ਮੇਰੇ ਕੋਲ ਵਾਪਸ ਆ ਸਕੇ। ਉਸੇ ਤਰੀਕੇ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਵੱਖਰੇ ਵੱਖਰੇ ਗੁਰੂ अलग-अलग टाइम फ्रेम के अनुसार अलग-अलग समय दे विच साडे कोल आए, जिन्हां ने सानू उस परमात्मा दे नाल जोड़न दी ओ विधि समझाई ते ओ युक्ति साडे आगे सामने रखी कि आपां जाके अपने प्रियतम दे नाल अपने बाप दे नाल मिलाप कर सकीए। अज मैं एक ओहियो जे गुरु दी गल तुहाडे सामने करन जा रहा हूं। ਆਪਾਂ ਨੇ ਜਦ ਵੀ ਰਾਧਾ ਸਵਾਮੀ ਪੰਥ ਦੀ ਗੱਲ ਕੀਤੀ ਹੈ, ਇਹ ਨਾਮ ਤੁਸੀਂ ਸਾਰਿਆਂ ਨੇ ਸੁਣਾ ਹੋਵੇਗਾ। ਭਾਵੇਂ ਤੁਸੀਂ ਕਿਸੇ ਵੀ ਰਾਧਾ ਸਵਾਮੀ ਪੰਥ ਦੇ ਨਾਲ ਜੁੜੇ ਹੋਏ ਹੋ, ਇਹੀ ਉਹ ਬੀਜ ਹੈ, ਇਹੀ ਉਹ ਸ਼ੁਰੂਆਤ ਹੈ ਜਿੱਥੇ ਤੋਂ ਇਹ ਸਾਰਾ ਕੁਝ ਸ਼ੁਰੂਆਤ ਹੋਈ ਹੈ। ਉਹ ਕੌਣ ਹਨ? ਉਹ ਹੈ स्वामी जी महाराज, हुजूर स्वामी जी महाराज। आज ਆਪਾਂ ਉਹਨਾਂ ਦੇ ਬਾਰੇ ਹੀ ਗੱਲ ਕਰਨ ਜਾ ਰਹੇ ਹਨ। ਉਹਨਾਂ ਦੀ ਜਿਹੜੀ ਜੀਵਨੀ ਹਨ ਉਹ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਨ, ਜਿਨ੍ਹਾਂ ਨੇ ਰਾਧਾ ਸਵਾਮੀ ਪੰਥ ਦੀ ਸ਼ੁਰੂਆਤ ਕੀਤੀ ਤੇ ਸਾਨੂੰ ਗੁਰੂਆਂ ਦੇ ਨਾਲ ਮਿਲਾਇਆ। ਦੇਖਦੇ ਹਾਂ ਉਹਨਾਂ ਦੀ ਜੀਵਨੀ। ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਫੈਮਿਲੀ ਤੇ ਪਰਿਚੈ, ਇੰਟਰੋਡਕਸ਼ਨ ਐਂਡ ਬਰਥ ਬਾਰੇ। ਉਹਨਾਂ ਦਾ ਨਾਮ, ਮੂਲ ਨਾਮ ਸੇਠ ਸ਼ਿਵਦਿਆਲ ਸਿੰਘ ਜੀ ਸੀਗਾ। ਉਹਨਾਂ ਨੂੰ बाद च हुजूर स्वामी जी महाराज राधा स्वामी जी के नाम से जाना गया। उन्हों का जन्म 24 अगस्त 1818 ईस्वी को जन्माष्टमी के दिन होया सी। उन्हों का जन्म स्थान पन्नी गली, आगरा, उत्तर प्रदेश, भारत दे विच होया सी। आप जी ने राधा स्वामी पंथ दे पहले संस्थापक ते प्रथम संत सतगुरु होए सी। ਹੁਣ ਗੱਲ ਕਰਦੇ ਹਾਂ ਉਹਨਾਂ ਦੀ फैमिली बैकग्राउंड बारे। आप जी के पिताजी का नाम सेठ दिलवाली सिंह जी सीगा। आप जी की माता का नाम माता महामाया सीगा। आप जी का परिवार एक प्रतिष्ठित खत्री सेठ घराने में हो सीगा। आपके परिवार शुरू में ही पंजाब का रहने वाला सी। बाद च कारोबार के सिलसिले दे विच आप जी लाहौर आ गए। लाहौर तो फिर आप दिल्ली, फिर दिल्ली तो आप आगरा आके वस गए। हुण गल करते हैं धार्मिक वातावरण बारे। आप जी का परिवार शुरुआत तो ही अत्यंत धार्मिक सीगा। आप जी गुरु नानक देव जी विच गहरी आस्था रखते हुंदे सी। आप जी की माता जी हाथरस के एक परम संत तुलसी साहिब जी की बड़ी भगत सीगी।
ਆਪ ਜੀ ਦੇ ਘਰ ਸੰਤ ਤੁਲਸੀ ਸਾਹਿਬ ਆਂਦੇ ਜਾਂਦੇ ਰਹਿੰਦੇ ਸੀ। ਆਪ ਜੀ ਦਾ ਘਰ ਇੱਕ ਧਾਰਮਿਕ ਪਰਿਵਾਰ ਦੇ ਨਾਲ ਜਾਣਿਆ ਜਾਂਦਾ ਸੀ ਤੇ ਆਪ ਜੀ ਦੇ ਘਰ ਵੱਡੇ ਵੱਡੇ ਗੁਰੂ ਮਹਾਤਮਾ ਪੀਰ ਪੈਗੰਬਰ ਆਉਂਦੇ ਰਹਿੰਦੇ ਸੀ। ਹੁਣ ਗੱਲ ਕਰਦੇ ਹਾਂ ਸਵਾਮੀ ਜੀ ਮਹਾਰਾਜ ਜੀ ਦੇ ਐਜੂਕੇਸ਼ਨ ਐਂਡ अर्ਲੀ ਲਾਈਫ ਬਾਰੇ। ਆਪ ਜੀ ਦੀ ਸਿੱਖਿਆ 5 ਵਰਸ਼ ਦੀ ਆਯੂ ਦੇ ਵਿੱਚ ਆਪ ਜੀ ਨੂੰ ਪਾਠਸ਼ਾਲਾ ਭੇਜਿਆ ਗਿਆ, जहां आप जी ने हिंदी, उर्दू, फारसी, अरबी, संस्कृत और गुरमुखी दी भाषा ਦਾ ਗਿਆਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਆਪ ਜੀ ਦਾ ਬਚਪਨ ਤੋਂ ਹੀ ਝੁਕਾਵ ਜਿਹੜਾ ਸੀਗਾ ਉਹ ਅਧਿਆਤਮ ਦੀ ਤਰਫ ਸੀਗਾ। ਆਪ ਜੀ ਛੋਟੀ ਉਮਰ ਦੇ ਵਿੱਚ ਹੀ ਧਾਰਮਿਕ ਕੁਐਸਚਨ ਆਨਸਰ ਤੇ ਉਹਨਾਂ ਦੀ ਪ੍ਰਵਿਰਤੀ ਵਿੱਚ ਗਹਿਰੀ ਇੱਛਾ ਰੱਖਦੇ ਸੀ ਤੇ ਆਪਣੇ ਗੁਰੂਆਂ ਤੋਂ, ਆਪਣੇ टीचरां तो क्वेश्चन पूछते होंगे सी। आप जी सांसारिक काम तो बजाय अध्यात्म की ओर ज्यादा गहरा प्रभाव सीगा। हुण गल करते हैं साधना उन्हां दी आरंभ किवें होई। कहा जाता है कि मात्र 6 वर्ष की छोटी आयु दे विच ही उन्होंने सूरत शब्द योग जिहड़ा है उन्हां नूं 15 वर्ष तक कीता। 6 साल तो लेके 15 वर्ष तक उन्होंने एक क्रिया की। स्वामी जी महाराज ਦੀ ਜਦ ਗੁਰੂ ਦੀ ਗੱਲ ਆਉਂਦੀ ਹੈ ਤਾਂ ਇਹਦੇ ਵਿੱਚ 2 ਥਿਉਰੀ ਆਉਂਦੀ ਹੈ। ਬਥੇਰੀ ਜਗ੍ਹਾ ਪੁੱਛਣ ਤੋਂ ਇਹਨਾਂ ਦਾ ਬਹੁਤ ਹੀ ਕੋਈ ਸਪਸ਼ਟ ਆਨਸਰ ਨਹੀਂ ਮਿਲ ਸਕਾ ਹੈ, ਲੇਕਿਨ ਜਿਹੜੀ 2 ਥਿਉਰੀ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਿਹਾ ਹਾਂ ਇਹ ਮੈਂ ਬਹੁਤ ਰਿਸਰਚ ਕਰਨ ਤੋਂ ਬਾਅਦ ਰੱਖਣ ਜਾ ਰਿਹਾ ਹਾਂ, ਲੇਕਿਨ ਫਿਰ ਵੀ ਜੇ ਕਿਸੇ ਨੂੰ ਇਸ ਦੇ ਬਾਰੇ ਵੱਧ ਪਤਾ ਹੋਵੇ ਤਾਂ ਉਹ ਕਮੈਂਟ ਕਰ ਸਕਦਾ ਹੈ। 2 ਥਿਉਰੀ ਆਉਂਦੀ ਹੈ। ਪਹਿਲੀ ਥਿਉਰੀ ਆਉਂਦੀ ਹੈ ਕਿ ਸਵਾਮੀ ਜੀ ਮਹਾਰਾਜ ਜੀ ਦੇ ਜਿਹੜੇ ਗੁਰੂ ਸੀ वो संत तुलसी साहिब हाथरस वाले सी। संदर्भों में ये स्पष्ट डिपिक्ट किया गया है कि स्वामी जी महाराज जी दे जेडे माता पिता सी वो हाथरस दे परम संत तुलसी साहिब जी दे डिसाइपल सी, अनुयायी सी। जद वो आगरा आउंदे सी तो स्वामी जी भी उन्हां दे सत्संग दे विच जाया करदे सी, उत्थे तो प्रेरणा लैंदे हुंदे सी। स्वामी जी दे परिवार दे उत्ते तुलसी साहिब दी अपार किरपा सी ते उन्हीं दे आशीर्वाद दे नाल ही स्वामी जी दा जन्म होया सी। एक आर्टिकल में ये भी डिपिक्ट है कि स्वामी जी महाराज प्रमुख शिष्यों में शिव दयाल सिंह जी महाराज हुजूर स्वामी जी का नाम भी था। एक होर आर्टिकल के अनुसार पता लगता है कि तुलसी साहिब स्वामी जी को प्यार से मुंशी जी कहा करते सी ते अपने अंतिम समय में उन्होंने स्वामी जी नूं संदेश भी दिता सी। ਇਹ ਤਾਂ ਹੋ ਗਈ ਪਹਿਲੀ ਥਿਉਰੀ। ਦੂਜੀ ਥਿਉਰੀ ਜਿਹੜੀ ਆਉਂਦੀ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜੇ ਹਜੂਰ ਸਵਾਮੀ ਜੀ ਮਹਾਰਾਜ ਸੀਗੇ ਉਹਨਾਂ ਦਾ ਕੋਈ ਗੁਰੂ ਨਹੀਂ ਸੀਗਾ। ਉਹਨਾਂ ਨੂੰ ਜਿਹੜੀ ਵੀ ਉਹ ਐਨਲਾਈਟਮੈਂਟ ਮਿਲਿਆ ਹੈ, ਉਹ ਜਾਗਰਤਾ ਮਿਲੀ ਹੈ, ਉਹ ਉਹਨਾਂ ਨੂੰ ਸੈਲਫ ਇਨੀਸ਼ੀਏਟਡ ਕਰਕੇ ਮਿਲੀ ਹੈ। ਉਹਨਾਂ ਦੇ ਅੰਦਰ ਸੈਲਫ ਉਹ ਪ੍ਰਗਟ ਹੋਈ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਦ ਉਹ ਭਗਤੀ ਦੇ ਮਾਰਗ ਦੇ ਵਿੱਚ ਸੀਗੇ ਉਹਨਾਂ ਨੂੰ ਉਹ ਗਹਿਰਾਈ ਦੇ ਵਿੱਚ ਉਹਨਾਂ ਨੇ ਇੰਨੀ ਭਗਤੀ ਕੀਤੀ ਕਿ ਉਹ ਜਿਹੜੀ ਸ਼ਕਤੀ ਹੈ ਉਹ ਉਹਨਾਂ ਦੇ ਅੰਦਰ ਆਪਣੇ ਆਪ ਪ੍ਰਗਟ ਹੋਈ। ਲੇਕਿਨ ਸੰਤ ਤੁਲਸੀ ਸਾਹਿਬ ਜੀ ਦਾ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਗਹਿਰਾ ਪ੍ਰਭਾਵ ਸੀ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਸਪਿਰਿਚੁਅਲ ਕੰਟੈਕਸਟ ਹੈ ਉਹ ਗਹਿਰਾ ਹੁੰਦਾ ਗਿਆ। ਹੁਣ ਇਹ ਸਪਸ਼ਟ ਕਹਿਣਾ ਕਿ ਕਿਹੜੀ ਥਿਉਰੀ ਸੱਚੀ ਹੈ, क्योंकि बहुत पहला दी गल है, करीबन 150-200 साल दी गल है, तो ये अजे तक कोई डिपिक्ट या कोई एक्चुअल फैक्ट सामने नहीं आया है। लेकिन ये मनना बहुत जरूरी है कि इन्हां विचों एक थ्योरी तां सच जरूर होवेगी। हुण गल करदे आ हुजूर स्वामी जी महाराज दे विवाह और सांसारिक जीवन बारे। मैरिज एंड वर्ल्डली लाइफ ऑफ हुजूर स्वामी जी महाराज। आप जी दा विवाह फरीदाबाद जिला दिल्ली में लाला इज्जत राय साहब की पुत्री नारायणी देवी से हुआ था, जिन्हें बाद में पख्तमती राधा जी के नाम से जाना गया। आप जी दा स्वभाव बहुत विशाल हृदयी विच सीगा ते अपने पति दी आप बहुत सेवा करदी सी ते समर्पित सीगी। आप जी दी संतान दा कोई भी उल्लेख किते नहीं किया गया है। आप जी दे कार्य क्षेत्र बारे आप जी की सरकारी नौकरी सीगी, लेकिन आप जी दा मन हमेशा अध्यात्म में ही लगा रहंदा सी। आप जी ने बाद में नौकरी छड़ के अपनी पूरी जिहड़ी जिंदगी है उस साधना दे विच ला दित्ती
ਤੇ ਅਧਿਆਤਮ ਦੇ ਰਾਸਤੇ ਦੇ ਉੱਤੇ ਚੱਲ ਪੜੇ ਤੇ ਸਾਧਨਾ ਦੇ ਵਿੱਚ ਉਹ ਲੀਨ ਹੋ ਗਏ। ਉਹਨਾਂ ਨੇ ਭਗਤੀ ਕੀਤੀ, ਅਨੇਕੋ ਉਹਨਾਂ ਨੇ ਆਰਟੀਕਲ ਲਿਖੇ, ਉਹਨਾਂ ਨੇ ਕਿਤਾਬਾਂ ਲਿਖੀ ਤੇ ਕਈ ਬਾਣੀਆਂ ਉਹਨਾਂ ਨੇ ਆਪਣੇ ਹੱਥੋਂ ਲਿਖੀ ਜਿਹਦੇ ਵਿੱਚ ਉਸ ਪਰਮਾਤਮਾ ਦੀ ਗਾਥਾ ਗਾਈ ਗਈ। ਹੁਣ ਗੱਲ ਕਰਦੇ ਆ ਉਹਨਾਂ ਦਾ ਐਸਟੈਬਲਿਸ਼ਮੈਂਟ ਆਫ ਰਾਧਾ ਸਵਾਮੀ ਫੇਥ ਐਂਡ ਟੀਚਿੰਗਸ, ਰਾਧਾ ਸਵਾਮੀ ਮਤ ਦੀ ਸਥਾਪਨਾ और उपदेश। आप जी ने लगभग 17 वर्ष तक एक गुप्त साधना की थी। एकांत में रहकर आप जी ने गहन साधना ते अभ्यास किया ते उस नाम नू अपने अंदर विच उजागर किया। हुक्म मिलण तो बाद आप जी नू ਇਹ ਹੁਕਮ ਦਿੱਤਾ ਗਿਆ ਕਿ ਆਪ ਜੀ ਨੂੰ ਇਹ ਸ਼ਬਦ, ਇਹ ਜਿਹੜਾ ਨਾਮ ਹੈ, ਇਹ ਅੱਗੇ ਸਪਰੈਡ ਕਰਨਾ ਹੈ ਤੇ ਲੋਕਾਂ ਦਾ ਭਲਾ ਕਰਨਾ ਹੈ। ਉਹਨਾਂ ਨੂੰ ਵੀ ਇਹ ਜਿਹੜੀ ਟੀਚਿੰਗ ਹੈ ਉਹਨਾਂ ਨੂੰ ਦੇਣੀ ਹੈ। ਹੁਕਮ ਮੰਨਦੇ ਹੋਏ ਆਪ ਜੀ ਨੇ ਮਤ ਦਾ ਆਰੰਭ ਕੀਤਾ। 15 फरवरी 1861, 15 फरवरी 1861 को बसंत पंचमी के दिन हुजूर स्वामी जी महाराज ने अपने आवास पन्नी गली आगरा पर पहली बार राधा स्वामी मत दी शिक्षावां आम लोगां दे लई सार्वजनिक रूप से शुरू कर दी। आप जी ने पहले ये उपदेश सिर्फ कुछ सिलेक्टिव लोग, उन्हां नूं चुने हुए लोगां नूं ही दिता जांदा सी। पहले ये पब्लिक वास्ते नहीं हुंदा सी। स्वामी जी महाराज मत्थे ते देख के ਉਹ ਲੋਕਾਂ ਨੂੰ ਸਿਲੈਕਟ ਕਰਦੇ ਸੀ, ਚੁਣਦੇ ਸੀ ਕਿ ਇਹਨਾਂ ਨੂੰ ਇਹ ਚੀਜ਼ ਦੇਣੀ ਹੈ ਕਿ ਨਹੀਂ ਦੇਣੀ ਹੈ। ਉਸ ਤੋਂ ਬਾਅਦ ਮੂਲ ਸਿੱਖਿਆ, ਆਪ ਜੀ ਨੇ ਰਾਧਾ ਸਵਾਮੀ ਮਤ ਦੀ ਮੂਲ ਉਪਦੇਸ਼ ਸੁਰਤ ਸ਼ਬਦ ਯੋਗ ਦੀ ਸਾਧਨਾ ਨੂੰ ਕਿਹਾ ਹੈ, ਜਿਹਦੇ ਵਿੱਚ ਆਤਮਾ ਸੁਰਤ आंतरिक शब्द या नाम से जोड़कर परम पुरुष राधा स्वामी से मिलन प्राप्त कर दी है। It is an connection of soul, that is atma, that is surat, with the word, that is naam, with Radha Swami, that is supreme soul, the creator of the universe। आप जी ने कई ग्रंथ अपने हत्था दे विच लिखे, अनेकों उपदेश जेड़े कि सारवचन नामक ग्रंथों में संकलित किए गए हैं। आप जी दी बाणी अज तक भी चल रही है। हुण गल करदे हां उन्हां दी महाप्रयाण और समाधि बारे, डिपार्चर एंड समाधि ऑफ हुजूर स्वामी जी महाराज। हर जिंदगी दे विच जो कोई भी इस धरती दे विच आया है, उन्हां ने एक दिन इस धरती तो जाना ही जाना है। भावे वो कोई इंसान होवे, कोई पशु पक्षी या जानवर होवे, या फिर वो कुल परमात्मा जिहड़ा कि देह स्वरूप दे विच गुरु बन के आउंदा है वो होवे। क्योंकि जिहड़ी दुनिया दे विच आपां रह रहे हन, ये मृत्यु लोक है। दिस इज अ वर्ल्ड ऑफ डेथ। वो साडे सामने वो एग्जाम्पल सैट करना चाहुंदे हन कि भरावा आपां ने सारियां नूं एक दिन ये सारा कुछ छड़ के इत्थे तो चले जाना है। वो दिन आंदा है 15 जून 1878 दा, 15 जून 1878। आप जी ने आगरा दे विच अपना जड़ा भौतिक शरीर है उन्हां नूं त्याग दिता ते आप ज्योति जोत समा गए ते अपने परमधार सिधार गए। आप जी दा समाधि स्थल आगरा दे स्वामी बाग विच हैगा, जिथे राधा स्वामी मत दे कई अनुयायी उत्थे जांदे हन ते उन्हां दी याद दे विच बैठदे हन। आप जी ने अपने अंतिम वचन दे विच कहा कि दुनिया दे विच शारीरिक प्रेम नहीं, प्रेम और शब्द दा करना है। ये शरीर जेड़े हन ये बदलदे रहणगे, लेकिन वो नाम वो शब्द हमेशा इस दुनिया दे विच रहूगा। ओदी गाथा गाणी है, ओनू याद करना है। हुण गल करते हैं सक्सेसर ऑफ हुजूर स्वामी जी महाराज, हुजूर स्वामी जी महाराज के उत्तराधिकारी। आप जी ने जिउंदे जी ही कई जीवां नूं धारिया ते कई जीवां नूं नामदान दिता, लेकिन आप जी ने सिर्फ चुनिंदा लोगां नूं ही ये हुक्म दिता कि आप जी अगे इस नाम नूं प्रचार कर सकते हो ते अगे अपने सक्सेसर जिहड़े हन वो चुन सकते हो। हुजूर स्वामी जी महाराज दे चोला छोड़न तो बाद उन्हां दे एक शिष्य राय सालिग्राम बहादुर जी को राधा स्वामी मत दा द्वितीय गुरु घोषित किया गया।
ਉਹਨਾਂ ਦਾ ਨਾਮ ਰਾਏ ਸਾਲਿਕਰਾਮ ਬਹਾਦੁਰ ਸੀ। ਉਹਨਾਂ ਨੂੰ ਪਰਮ ਗੁਰੂ ਹਜੂਰ ਮਹਾਰਾਜ ਕਿਹਾ ਗਿਆ। ਉਹਨਾਂ ਨੂੰ राय बहादुर ਦੀ उपाधि भी मिली ਤੇ उन्होंने हजूर महाराज जी के नाम से जाना जाता है। आप जी का योगदान, स्वामी जी महाराज की बेमिसाल सेवा और उनके महाप्रयाण के बाद उन्होंने चोला छोड़न तो बाद मत दी जिहड़ी शिक्षावां हन ਉਹ ਅੱਗੇ ਲੈ ਕੇ ਆਪ ਗਏ ਤੇ ਆਪ ਜੀ ਨੇ ਆਗਰਾ में ਉਸ ਟੀਚਿੰਗ ਨੂੰ ਸਟਾਰਟ ਕੀਤਾ। ਹੁਣ ਗੱਲ ਕਰਦੇ ਆ ਉਹਨਾਂ ਦੇ ਇੱਕ ਹੋਰ ਸ਼ਿष्य ਜਿਨ੍ਹਾਂ ਨੇ ਇਸ ਚੀਜ਼ ਨੂੰ ਪੂਰੇ ਵਰਲਡ ਦੇ ਵਿੱਚ ਲੈ ਕੇ ਗਏ। ਆਪਾਂ ਗੱਲ ਕਰ ਰਹੇ ਹਨ ਬਾਬਾ ਜੈਮਲ ਸਿੰਘ ਜੀ, ਦ ਫਾਊਂਡਰ ਆਫ ਰਾਧਾ ਸਵਾਮੀ ਸਤਸੰਗ ਬਿਆਸ। ਬਾਬਾ ਜੈਮਲ ਸਿੰਘ ਜੀ ਦੀ ਜੀਵਨੀ ਇਸ ਚੈਨਲ ਦੇ ਵਿੱਚ ਪਹਿਲਾਂ ਵੀ ਹੈਗੀ ਆ, ਤੁਸੀਂ ਸੁਣ ਸਕਦੇ ਹੋ। ਅੱਗੇ ਆਪ ਗੱਲ ਕਰਦੇ ਆ ਕਿ ਬਾਬਾ ਜੈਮਲ ਸਿੰਘ ਜੀ ਵੀ ਇਨੀਸ਼ੀਏਟਡ ਜਿਹੜੇ ਸੀ, ਉਹ ਵੀ ਉਹਨਾਂ ਨੇ ਜਿਹੜਾ ਨਾਮਦਾਨ ਲਿੱਤਾ ਸੀ ਉਹ ਵੀ ਹਜੂਰ ਸਵਾਮੀ ਜੀ ਮਹਾਰਾਜ ਤੋਂ ਲਿੱਤਾ ਸੀ ਤੇ ਆਪ ਜੀ ਨੇ ਉਹਨਾਂ ਦੇ ਹੁਕਮ ਅਨੁਸਾਰ ਹੀ ਉਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਪ ਜੀ ਬਿਆਸ ਨਦੀ ਦੇ ਕੰਢੇ ਜਾ ਕੇ ਪੰਜਾਬ ਦੇ ਵਿੱਚ ਇਹ ਸਿੱਖਿਆ ਨੂੰ ਸਪਰੈਡ ਕਰੋ ਤੇ ਆਪ ਜੀ ਆਪਣੇ ਗੁਰੂ ਦਾ ਹੁਕਮ ਮੰਨਦੇ ਹੋਏ ਪੰਜਾਬ ਆ ਗਏ ਤੇ ਬਿਆਸ ਨਦੀ ਦੇ ਤੱਟ ਦੇ ਉੱਤੇ ਅੰਮ੍ਰਿਤਸਰ ਦੇ ਪਾਸ ਪੰਜਾਬ ਦੇ ਵਿੱਚ ਆਪ ਜੀ ਨੇ ਡੇਰਾ ਬਾਬਾ ਜੈਮਲ ਸਿੰਘ ਦਾ ਸ਼ੁਭਾਰੰਭ ਕੀਤਾ। ਸੋ ਹਜੂਰ ਸਵਾਮੀ ਜੀ ਮਹਾਰਾਜ ਦੀ ਇੰਨੀ ਬਾਣੀ ਸੁਣਦੇ ਆਪਾਂ ਸਾਰੇ ਵੱਡੇ ਹੋ ਗਏ ਹਨ। ਪਤਾ ਨਹੀਂ ਕਿੰਨੇ ਇਸ ਦੁਨੀਆ ਤੋਂ ਉਸ ਨਾਮ ਦੀ ਗਾਥਾ ਗਾਉਂਦੇ ਚਲੇ ਗਏ ਹਨ। ਸਵਾਮੀ ਜੀ ਦੀ ਬਾਣੀ ਜਦ ਵੀ ਰਾਧਾ ਸਵਾਮੀ ਪੰਥ ਦੀ ਗੱਲ ਆਵੇਗੀ ਸਭ ਤੋਂ ਅੱਗੇ ਮਿਲੇਗੀ। ਉਹਨਾਂ ਨੇ ਜਿਹੜਾ ਕੁਝ ਵੀ ਇਸ ਨਾਮ ਨੂੰ, ਉਸ ਪਰਮਾਤਮਾ ਨੂੰ ਗਾਉਂਦੇ ਹੋਏ ਗਾਇਆ, ਉਹਨਾਂ ਦੀ ਯਾਦ ਕਦੇ ਭੁਲਾਈ ਨਹੀਂ ਜਾ ਸਕਦੀ। ਅੱਜ ਵੀ ਡੇਰੇ ਦੇ ਵਿੱਚ ਜਦ ਸਤਸੰਗ ਹੁੰਦੇ ਹਨ ਉਹਨਾਂ ਦੀ ਬਾਣੀ ਸਭ ਤੋਂ ਜ਼ਿਆਦਾ ਲਿੱਤੀ ਜਾਂਦੀ ਹੈ ਕਿਉਂਕਿ ਸਵਾਮੀ ਜੀ ਮਹਾਰਾਜ ਜੀ ਨੇ 150 ਸਾਲ ਪਹਿਲਾਂ ਹੀ ਇੰਨੀ ਬਾਣੀ ਲਿਖ ਦਿੱਤੀ ਸੀ ਜਿਹੜੀ ਕਿ ਅੱਜ ਦੇ ਸਮੇਂ ਦੇ ਵਿੱਚ ਬਿਲਕੁਲ ਫਿੱਟ ਬੈਠ ਰਹੀ ਹੈ ਤੇ ਇਹ ਸੀ ਉਸ ਗੁਰੂ ਦੀ ਇੱਕ ਛੋਟੀ ਜੀ ਝਲਕ ਜਿਨ੍ਹਾਂ ਨੇ ਕਰੋੜਾਂ ਲੱਖਾਂ ਅਰਬਾਂ ਸੰਗਤ ਨੂੰ ਅੱਜ ਉਹਨਾਂ ਦਾ ਬੋਇਆ ਹੋਇਆ ਬੀਜ ਤਾਰ ਰਿਹਾ ਹੈ। ਉਹਨਾਂ ਦਾ ਸਰੀਰ ਤਾਂ ਸਾਡੇ ਕੋਲ ਨਹੀਂ ਹੈ ਲੇਕਿਨ ਉਹਨਾਂ ਦੀ ਜਿਹੜੀ ਬਾਣੀ ਹੈ, ਉਹਨਾਂ ਦਾ ਜਿਹੜਾ ਸਤਸੰਗ ਹੈ, ਉਹਨਾਂ ਦੀ ਜਿਹੜੀ ਉਹ ਯਾਦ ਹੈ, ਉਹ ਹਮੇਸ਼ਾ ਜਿੰਨੇ ਵੀ ਗੁਰੂ ਸਾਡੇ ਵਿੱਚ ਆਉਣਗੇ, ਜਿੰਨੇ ਵੀ ਗੁਰੂ ਸਾਹਿਬਾਨ ਸਾਨੂੰ ਨਾਮਦਾਨ ਦੇਣਗੇ, ਸਾਨੂੰ ਉਸ ਨਾਮ ਦੇ ਨਾਲ ਜੋੜਨਗੇ, ਉਹ ਸ਼ਕਤੀ, ਉਹ એનર્ਜੀ ਉਹਨਾਂ ਦੇ ਵਿੱਚ ਹੀ ਰਹੂਗੀ। ਉਹ ਸ਼ਾਹ ਆਸਾ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਉਹ ਵੇਖਣ ਵਾਲੀ ਅੱਖ ਨਹੀਂ। ਤੇ ਸਾਨੂੰ ਵੀ ਉਸ ਨਾਮ ਦੀ ਗਾਥਾ ਗਾਉਂਦੇ ਹੋਈਏ, ਉਸ ਚੀਜ਼ ਤੋਂ ਪ੍ਰੇਰਣਾ ਲੈਂਦੇ ਹੋਈਏ ਆਪਣੇ ਆਪ ਨੂੰ ਗੁਰਮੁਖ ਵਾਲਾ ਬਣਾਉਣਾ ਹੈ। ਆਪਣੇ ਆਪ ਦਾ ਜਿਹੜਾ ਧਿਆਨ ਹੈ ਉਹ ਬਾਹਰ ਤੋਂ ਅੰਦਰ ਦੀ ਤਰਫ ਲੈ ਕੇ ਜਾਣਾ ਹੈ। स्वामी जी महाराज तो एक बारी पूछा गया, गुरु मोहे अपना रूप दिखाओ, ए तो रूप धरा तुम सरगुण, इस ही से उसको दर्शाओ। स्वामी जी महाराज ने जवाब दिता, देख प्यारे मैं समझाऊं, रूप हमारा न्यारा, वह तो रूप लखे नहीं कोई, जब लग देऊ ना सहारा। ਤੇ ਸਾਨੂੰ ਵੀ ਉਸ ਗੁਰੂ ਤੋਂ ਸਹਾਰਾ ਮੰਗਣ ਦੀ ਲੋੜ ਹੈ ਕਿ ਗੁਰੂ ਆਪਾਂ ਬਹੁਤ ਨੀਚ ਹਨ, ਬਹੁਤ ਨੀਚੇ ਹਨ, ਸਾਨੂੰ ਤੂੰ ਦਇਆ ਕਰਕੇ ਤੁਸੀਂ ਸਾਨੂੰ ਇਹ ਨਾਮਦਾਨ ਦਿੱਤਾ ਹੈ, ਇਹ ਸਤਸੰਗ ਦੇ ਨਾਲ ਜੋੜਿਆ ਹੈ, ਸਾਡੀ ਸੰਭਾਲ ਕਰ ਲੈ ਮਾਲਿਕ, ਸਾਡੀ ਸੰਭਾਲ ਕਰ ਲੈ, ਸਾਡਾ ਹੱਥ ਫੜ ਲਓ ਮਾਲਿਕ, ਨਹੀਂ ਤਾਂ ਆਪਾਂ ਨੇ ਸਾਰਿਆਂ ਨੇ ਬਹਿ ਜਾਣਾ ਹੈ। ਤੇਰੇ ਹੁਕਮ ਕਰਕੇ, ਤੇਰੇ ਸਹਾਰੇ ਦੇ ਨਾਲ ਹੀ ਆਪਾਂ ਤੈਨੂੰ ਦੇਖ ਸਕਦੇ ਹਨ, ਨਹੀਂ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ ਕਿ ਇਸ ਇਨਸਾਨ ਜਾਮੇ ਦੇ ਵਿੱਚ ਆਪਾਂ ਇਹ ਸਾਰਾ ਕੁਝ ਕਰ ਸਕੀਏ। ਤੇ ਆਪਾਂ ਨੇ ਵੀ ਇਹ ਪ੍ਰਾਰਥਨਾ ਆਪਣੇ ਗੁਰੂਆਂ ਤੋਂ ਕਰਨੀ ਹੈ। ਆਪੇ ਭਾਵਾ ਕਿਸੇ ਵੀ ਗੁਰੂ ਤੋਂ ਜੁੜੇ ਹੋਏ ਹਨ, ਕਿਸੇ ਵੀ ਮਤ ਤੋਂ ਜੁੜੇ ਹੋਏ ਹਨ, ਸਾਨੂੰ ਸਭ ਤੋਂ ਪਹਿਲਾਂ ਪਿਆਰ ਵਾਲਾ ਬਣਨਾ ਹੈ, ਦੁਨੀਆ ਦੇ ਵਿੱਚ ਪਿਆਰ ਫੈਲਾਣਾ ਹੈ, ਕਿਸੇ ਨੂੰ ਮਾੜਾ ਨਹੀਂ ਬੋਲਣਾ ਹੈ, ਕਿਸੇ ਨੂੰ ਉੱਚਾ ਨੀਚਾ ਨਹੀਂ ਬੋਲਣਾ ਹੈ। ਆਪਾਂ ਭਾਵੇਂ ਅਲੱਗ-ਅਲੱਗ ਸਕੂਲ ਦੇ ਹੋਈਏ
लेकिन साडी जिहड़ी सिक्शावां हन उस परमात्मा दे लई होनी चाहिदी है, साडी याद उस परमात्मा दे लई होनी चाहिदी है, फिर साडी कबूलियत उत्थे जाके होवेगी। ते आप जी नूं भी सीखना है, सारियां नूं अपना ने प्यार वंडना है, भजन सिमरन करते हुए मंदिर दर मंदिर अपने घर चले जाना है। राधा स्वामी जी। यह तो घर है काल का, घर अपना मत जाना, निश्चय कर मान जो अब करूं बखान। अभी समझ देर मत करियो, न जान क्या होए इस पन में, यो समझाए राधा स्वामी। मानो एक बचन